ਤੁਹਾਡਾ ਅਸੀਂ ਧੰਨਵਾਦ ਕਰਦੇ ਜੇ ਤੁਸੀਂ ਰਾਤ ਨੂੰ ਨਾ ਆਉਂਦੇ ਤਾਂ ਰਾਤ ਨੂੰ ਇਹ ਜਿਹੜੀ ਆ ਉਹ ਪੈਣੀ ਨਹੀਂ ਸੀ ਸਲੈਬ। ਇਹ ਸਰਕਾਰ ਹੈ ਜਿਹੜੀ ਪੰਜਾਬ ਦੀ ਆਪ ਵਾਲਿਆਂ ਦੀ, ਇਹ ਝੂਠ ਦੇ ਸਹਾਰੇ ਹੀ ਚੱਲਿਆ ਕਰਦਾ। ਜਿਹੜੇ ਆਮ ਆਦਮੀ ਪਾਰਟੀ ਹੈ ਇਹਨੂੰ ਲੋਕਾਂ ਵੱਲੋਂ ਇਸ ਕਰਕੇ ਭਾਰੀ ਵੋਟਾਂ ਨਾਲ ਜਿਤਾਇਆ ਸੀਗਾ ਤਾਂ ਜੋ ਕੀ ਹੈ ਕਿ ਇਹ ਫਲਾਈਓਵਰ ਦਾ ਕੰਮ ਹੈ ਜਿਹੜਾ ਮੁਕੰਮਲ ਜਲਦੀ ਕੀਤਾ ਜਾਊਗਾ। ਪਰ ਬਾਰ-ਬਾਰ ਮੰਤਰੀ ਸਾਹਿਬ ਵੱਲੋਂ ਬਿਆਨਬਾਜ਼ੀ ਕੀਤੀ ਜਾਂਦੀ ਹੈ, ਬਾਰ-ਬਾਰ ਤਰੀਕ ਦਿੱਤੀ ਜਾਂਦੀ ਹੈ ਵੀ ਇਹ ਜਿਹੜਾ ਫਲਾਈਓਵਰ ਚਲਾਇਆ ਜਾਊਗਾ। ਪਰ ਇਹ ਜਿਹੜਾ ਫਲਾਈਓਵਰ ਹੈ ਹੁਣ 31 ਜੁਲਾਈ ਤੱਕ ਇਹਨੂੰ ਚਲਾਉਣ ਦਾ ਸਮਾਂ ਦਿੱਤਾ ਗਿਆ ਸੀ, ਪਰ 31 ਜੁਲਾਈ ਤੱਕ ਇਹ ਮੁਕੰਮਲ ਨਹੀਂ ਹੋ ਸਕਿਆ। ਜਦੋਂ ਮੰਤਰੀ ਨੇ ਕਿਹਾ ਸੀ ਵੀ ਮੈਂ 31 ਜੁਲਾਈ ਨੂੰ ਪੁਲ ਚਲਾ ਦੇਣਾ, ਉਦੋਂ ਅਸੀਂ ਚੈਲੰਜ ਕੀਤਾ ਸੀ ਵੀ 31 ਜੁਲਾਈ ਨੂੰ ਪੁਲ ਕਿਸੇ ਵੀ ਹਾਲਤ 'ਚ ਜਿਹੜਾ ਉਹ ਚੱਲ ਨਹੀਂ ਸਕਦਾ। नमस्कार, मैं हाँ शमी डावरा, तुसी देख रहे हो SDTV प्राइम। झूठ ते झूठ, तारीख ते तारीख, कुछ इस तरह का मंजर है नंगल दे विच बन रहे फ्लाईओवर का। कहण नूं तां ये फ्लाईओवर अज तो 3 साल पहला मुकम्मल हो जाना चाहिए सी, लेकिन इसकी बनाउण दी मियाद मुक्कण तो बाद दे 3 साल नंगल वासियों लई किन्ने भारे पे कि हर आण जाण वाला अज इस फ्लाईओवर के थल्लों लंघण वेले यही कहता है कि इस फ्लाईओवर ने नंगल का उजाड़ा कर दिता, इस फ्लाईओवर ने नंगल वासियों का जीना दुभर कर दिता, इस फ्लाईओवर ने इथों हिमाचल प्रदेश या हिमाचल प्रदेश तो चंडीगढ़ जाने वालों का लंघना मुश्किल कर दिता। दोषी फ्लाईओवर, झूठ बोलन मंत्री, तरीखा देण विधायक, लेकिन दोषी ये फ्लाईओवर। अज सारे जिथे पुराने MLA मंत्रियों नूं कोस रहे हैं, उन्हां दीयां पार्टियां नूं माड़ा दस रहे हैं, उत्थे ही मौजूदा विधायक ते मंत्री भी सवालों के घेरे दे विच आए हुए हैं। लेकिन दोस्तों, इस सब दे विच कसूरवार बनाया गया फ्लाईओवर वो की सोचता होएगा? बेजान चीज़ है, कहते ने बेजान चीज़ नूं भी उत्थों तक ही प्रैशर करना चाहिए जिथे तक वो संभल सके, नहीं तो फिर असी जानते हैं कि कई वार ज़्यादा प्रैशर पाउण नाल कई फ्लाईओवर डिग भी चुके हैं, कई पुलों के गिरन दे नाल इन्ना नुकसान हो चुका है कि कई कीमती जानां तक जा चुकी है। अज ये फ्लाईओवर बनन तो पहला ही कितना प्रैशर सह रहा है। अज असी गल इस फ्लाईओवर की करांगे, इस फ्लाईओवर बारे दसांगे किस तरह पहलां दीयां सरकारां ने, पहलां दे विधायकां ने इत्थे लारे लगाए ते किस तरह अज दे विधायक ने नंगल नूं उजड़न दे लई मजबूर कर दिता है। ते ये कोई होर नहीं दसेगा, ये दसेगा खुद ये फ्लाईओवर। साडे अज दे इस प्रोग्राम दे विच फ्लाईओवर बोलदा है। स्वागत हो तुहाडा सब दा प्रोग्राम फ्लाईओवर बोलदा है विच। दोस्तों, फ्लाईओवर की बोलदा है ये तुहानूं दिखाइए, उस तो पहला वो शहर जिस दे विच ये फ्लाईओवर बनिया उस बारे जान लेना बहुत ज़्यादा जरूरी है। नंगल टाउनशिप शिवालिक दीयां खूबसूरत पहाड़ियां दे विच ते दूजे पासे सतलुज दरिया के कंढे ते वसिया शहर है नंगल टाउनशिप। भारत के पहले प्रधानमंत्री पंडित जवाहर लाल नेहरू के सुपनिया का शहर है नंगल टाउन, जिथे नंगल टाउनशिप भाखड़ा डैम जो बनया उस वक्त वसाया गया। उस तो बाद जो बिजली
ਵਾਧੂ ਹੋਈ ਤਾਂ ਇੱਥੇ ਇੱਕ ਖਾਦ ਦਾ ਕਾਰਖਾਨਾ ਵੀ ਲਗਾਇਆ ਗਿਆ, ਜਿਹੜਾ ਉਸ ਵਕਤ ਫਰਟੀਲਾਈਜ਼ਰ ਕਾਰਪੋਰੇਸ਼ਨ ਆਫ ਇੰਡੀਆ ਨੇ ਲਗਾਇਆ। ਬਾਅਦ ਦੇ ਵਿੱਚੋਂ ਉਸ ਦਾ ਨਾਮ ਬਦਲ ਕੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਰੱਖ ਦਿੱਤਾ ਗਿਆ। ਫਿਰ ਸਰਕਾਰ ਨੇ ਇੱਥੇ ਪੀਐਨਐਫਸੀ ਤੇ ਪੀਏਸੀਐਲ ਵਰਗੀਆਂ ਫੈਕਟਰੀਆਂ ਵੀ ਖੋਲੀਆਂ। ਦਿਨੋਂ ਦਿਨ ਤਰੱਕੀ ਕਰਦਾ ਇਹ ਨੰਗਲ ਟਾਊਨਸ਼ਿਪ ਵਿਸ਼ਵ ਦੇ ਨਾਮੀ ਸ਼ਹਿਰਾਂ ਦੇ ਵਿੱਚੋਂ ਗਿਣਿਆ ਜਾਣ ਲੱਗਿਆ, ਕਿਉਂਕਿ ਇਸ ਨੂੰ ਲੋਕ ਦੂਜਾ ਚੰਡੀਗੜ੍ਹ ਵੀ ਕਹਿੰਦੇ ਸੀ। ਹਾਲਾਂਕਿ ਸਰਕਾਰ ਦੀ ਇਹ ਖੁਆਇਸ਼ ਸੀ ਕਿ ਇਸ ਨੂੰ ਸੈਰ ਸਪਾਟੇ ਦੇ ਵਜੋਂ ਉਭਾਰਿਆ ਜਾਵੇ, ਲੇਕਿਨ ਉਹ ਖੁਆਇਸ਼ ਅੱਜ ਲਗਭਗ 75 ਸਾਲ ਬੀਤਣ ਦੇ ਬਾਵਜੂਦ ਵੀ ਉੱਥੇ ਦੀ ਉੱਥੇ ਹੀ ਹੈ। ਦੋਸਤੋ, ਇਸ ਤੋਂ ਪਹਿਲਾਂ ਕਿ ਅਸੀਂ ਦਸੀਏ ਕਿ ਕਿਸ ਤਰ੍ਹਾਂ ਫਲਾਈਓਵਰ ਬੋਲ ਰਿਹਾ ਹੈ, ਕੀ ਬੋਲਦਾ ਹੈ, ਅਸੀਂ ਨੰਗਲ ਦੇ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸਾਨੂੰ ਕੀ ਕਿਹਾ, ਪਹਿਲਾਂ ਇਹ ਸੁਣਦੇ ਹਾਂ। ਨਮਸਕਾਰ ਜੀ, ਅਸੀਂ ਇੱਕ ਛੋਟੇ ਮੋਟੇ ਵਪਾਰੀ ਹਾਂ ਜੀ, ਸ਼ਹਿਰ ਦੇ ਨੰਗਲ ਦੇ। ਇੱਥੇ ਹੀ ਅਸੀਂ ਜੰਮੇ ਪਲੇ ਹਾਂ, ਇੱਥੇ ਹੀ ਅਸੀਂ ਜਵਾਨ ਹੋਏ, ਵਿਆਹ ਹੋਏ, ਇੱਥੇ ਹੁਣ ਅਸੀਂ ਬੁੜੇ ਹੋ ਗਏ ਹਾਂ। ਅਤੇ ਇੱਕ ਸਾਡੇ ਮਨ ਦੀ ਇੱਛਾ ਇਹ ਸੀਗੀ ਕਿ ਸਾਡਾ ਜਿਹੜਾ ਨੰਗਲ ਸ਼ਹਿਰ ਹੈ ਇਹ ਹੱਸਦਾ ਵੱਸਦਾ ਰਹੇ। ਅਸੀਂ ਛੋਟਿਆਂ ਹੁੰਦਿਆਂ ਦੇਖਿਆ ਵੀ ਨੰਗਲ ਬਹੁਤ ਹੱਸਦਾ ਵੱਸਦਾ ਸੀਗਾ। ਪੰਡਿਤ ਨਹਿਰੂ ਜੀ ਨੇ ਆਪਣੇ ਹੱਥਾਂ ਨਾਲ ਇਸ ਸ਼ਹਿਰ ਦੀ ਜਿਹੜੀ ਨੀਂਹ ਬੁਨਿਆਦ ਰੱਖੀ, ਨਿਆ ਨੰਗਲ ਦੀ ਨੀਂਹ ਬੁਨਿਆਦ ਰੱਖੀ। ਅਤੇ ਪਰ ਇੱਕ ਇਹ ਸ਼ਹਿਰ ਨਾਲ ਜੁੜਿਆ ਹੋਇਆ ਲਫ਼ਜ਼ ਹੈ ਨੰਗਲ ਟਾਊਨਸ਼ਿਪ। ਟਾਊਨਸ਼ਿਪ ਦਾ ਮਤਲਬ ਹੁੰਦਾ ਟੈਂਪਰੇਰੀ ਸ਼ਹਿਰ। ਅਸੀਂ ਕਦੀ ਸੋਚਿਆ ਨਹੀਂ ਸੀਗਾ ਵੀ ਇਹ ਟੈਂਪਰੇਰੀ ਸ਼ਹਿਰ ਹੋਊਗਾ। ਇਹ ਬਹੁਤੇ ਲੋਕ ਇੱਥੇ ਰਿਟਾਇਰ ਹੁੰਦੇ ਆ, ਉਹਨਾਂ ਨੂੰ ਇੱਥੇ ਦਾ ਕਲਾਈਮੇਟ, ਇੱਥੇ ਦਾ ਸਿਸਟਮ ਅੱਛਾ ਲੱਗਦਾ, ਅਤੇ ਇੱਥੇ ਹੀ ਉਹ ਜ਼ਮੀਨ ਲੈ ਕੇ ਇੱਥੇ ਮਕਾਨ ਬਣਾ ਲੈਂਦੇ। ਪਰ ਹੁਣ ਮੈਨੂੰ ਨਹੀਂ ਲੱਗਦਾ ਹੈਗਾ ਕਿ ਜਿਨ੍ਹਾਂ ਨੇ ਇੱਥੇ ਮਕਾਨ ਬਣਾਏ, ਜਿਹੜੇ ਇੱਥੇ ਰਹਿੰਦੇ ਸੀ, ਉਹ ਇੱਥੇ ਰਹਿ ਸਕਣਗੇ। ਹੁਣ ਇਹ ਲੱਗਦਾ ਵੀ ਇੱਥੋਂ ਵੇਚ ਕੇ ਸਾਨੂੰ ਲੋਕਾਂ ਨੂੰ ਵੀ ਕਿਤੇ ਹੋਰ ਬਾਹਰ ਜਾ ਕੇ ਸੈਟਲਮੈਂਟ ਕਰਨੀ ਪੈਣੀ ਆ। ਪਰ ਸਾਡੇ ਨਾਲ ਤਾਂ ਹੋਰ ਵੀ ਬਹੁਤ ਵੱਡੀ ਟ੍ਰੈਜਡੀ ਹੈ। ਅਸੀਂ ਤਾਂ ਹੁਣ ਸੀਨੀਅਰ ਸਿਟੀਜ਼ਨ ਹੈ, ਅਸੀਂ ਨਵੀਂ ਥਾਂ ਜਾ ਕੇ ਆਬਾਦ ਹੋ ਹੀ ਨਹੀਂ ਸਕਦੇ। ਇਹ ਸ਼ਹਿਰ ਦਾ ਬਰਬਾਦੀ ਦਾ ਕਾਰਨ ਵੈਸੇ ਤਾਂ ਪਿੱਛੋਂ ਹੀ ਚੱਲਦਾ ਆ ਰਿਹਾ, ਪਰ ਲੇਕਿਨ ਹੁਣ ਕੁਛ ਚਿਰ ਤੋਂ ਜਦ ਤੋਂ ਇਹ ਫਲਾਈਓਵਰ ਦਾ ਕੰਮ ਸਟਾਰਟ ਹੋਇਆ, ਉਦੋਂ ਤੋਂ ਇਹ ਜਿਹੜਾ ਨੰਗਲ ਸ਼ਹਿਰ ਹੈ ਬਿਲਕੁਲ ਹੀ ਖਤਮ ਹੋ ਕੇ ਰਹਿ ਗਿਆ। ਸਾਡਾ ਛੋਟਾ ਮੋਟਾ ਕਾਰੋਬਾਰ ਰੇਲਵੇ ਰੋਡ ਤੇ ਹੈ। ਰੇਲਵੇ ਰੋਡ ਇਸ ਵੇਲੇ ਬਿਲਕੁਲ ਹੀ ਤਬਾਹੀ ਦੇ ਕਾਗਾਰ ਤੇ ਬੈਠਾ ਹੈ। ਕੋਈ ਇੱਥੇ ਗਾਹਕ ਨਹੀਂ, ਕੋਈ ਇੱਥੇ ਬਾਹਰ ਦੀਆਂ ਗੱਡੀਆਂ ਨਹੀਂ ਆ ਜਿਹੜੀਆਂ ਕੰਮ ਕਰਾਉਣ ਆਉਂਦੀਆਂ, ਕੋਈ ਇੱਥੇ ਈਵਨ ਦਾ ਨਹੀਂ। ਜਿਹੜਾ ਹੈਗਾ ਨੰਗਲ ਸ਼ਹਿਰ ਦੀ ਬਾਕੀ ਮਾਰਕੀਟ ਹੈ ਉਹ ਵੀ ਖਤਮ ਹੋਈਆਂ ਬੈਠੀਆਂ। ਉਹਨਾਂ ਦਾ ਇੱਕੋ ਹੀ ਕਾਰਨ ਹੈ ਕਿ ਜਾਮ ਲੱਗਦਾ ਬਹੁਤ ਵੱਡਾ। ਬਾਕੀ ਜਿਹੜੇ ਸਾਡੇ ਸ਼ਹਿਰ ਦੇ ਹਾਕਮ ਹੈ ਉਹ ਹਮੇਸ਼ਾ ਹੀ ਝੂਠ ਬੋਲਦੇ ਆ। 5-6 ਤਰੀਕਾਂ ਤਾਂ ਦੇ ਹੀ ਚੁੱਕੇ ਆ ਜੀ। ਉਹ ਹੁਣ ਵੀ ਉਹ ਮਤਲਬ ਰਾਤ ਇੱਕ ਵੀਡੀਓ 'ਚ ਦੇਖਿਆ ਤੇ ਕੋਈ ਸਾਡੇ ਭਰਾ ਬੋਲ ਰਹੇ ਸੀਗੇ ਵੀ ਹੁਣ ਤਾਂ ਸਿਰਫ 15 ਦਿਨ ਦੀ ਗੱਲ ਰਹਿ ਗਈ ਹੈ। ਪਰ ਸਾਨੂੰ ਤਾਂ ਉਹਨਾਂ ਦੀ ਸੋਚ ਤੇ ਹੀ ਸਮਝ ਨਹੀਂ ਆਉਂਦੀ ਕਿ 15 ਦਿਨਾਂ 'ਚ ਰਾਤ ਸਲੈਬ ਪੈ ਰਹੀ ਹੈ, 15 ਦਿਨਾਂ 'ਚ ਤੁਸੀਂ ਕਿੱਦਾਂ ਉੱਪਰੋਂ ਗੱਡੀਆਂ ਲੰਘਾ ਦੋਗੇ, ਕਿੱਦਾਂ ਤੁਸੀਂ ਉੱਪਰੋਂ ਚਲਾ ਦੋਗੇ ਸਾਰਾ ਸਿਸਟਮ। ਜਦ ਕਿ ਇਹ ਜਿਹੜਾ ਸਿਸਟਮ ਹੈਗਾ 28 ਦਿਨ ਤਾਂ ਜਿਹੜਾ ਸਾਡਾ ਹੈਗੀ ਹੈ ਟੈਸਟ, 15 ਦਿਨ ਤਾਂ 28 ਦਿਨ ਤਾਂ ਜਿਹੜੀ ਹੈਗੀ ਹੈ ਇਹ ਜਿਹੜਾ ਡਿਪਾਰਟਮੈਂਟ ਗਵਰਨਮੈਂਟ ਦੇ ਹੈਗੇ ਆ ਇਹ ਅਲਾਓ ਹੀ ਨਹੀਂ ਕਰਦੇ ਹੈਗੇ ਆ ਕਿ ਇਹਦੇ ਉੱਪਰ ਦੀ ਕੁਛ ਲੰਘਿਆ ਜਾਵੇ। ਉਸ ਤੋਂ ਬਾਅਦ ਫਿਰ ਸਰਕਾਰ ਇਹਨੂੰ ਟੈਸਟ ਕਰੇਗੀ, 10-15 ਦਿਨ ਉਹ ਲਗਾਏਗੀ। ਅਤੇ ਮੇਰੇ ਹਿਸਾਬ ਨਾਲ ਤਾਂ ਹਲੇ ਵੀ ਇਹ 2 ਮਹੀਨੇ ਤੋਂ ਪਹਿਲਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ, ਉਹ ਵੀ ਜੇ ਕੰਮ ਚੱਲਦਾ ਰਿਹਾ। ਬਾਕੀ ਇੱਕ ਹੋਰ ਗੱਲ ਹੈਗੀ ਹੈ, ਜਿਹੜਾ ਮੈਨੂੰ ਇਹ ਕੋਈ ਥੋੜ੍ਹੀ ਜਿਹੀ ਫਿਕਸੇਸ਼ਨ ਲੱਗਦੀ ਹੈਗੀ ਹੈ ਕਿ ਜਿਹੜੀ ਹੁਣ ਦੀ ਸਰਕਾਰ ਹੈ ਉਹਨੂੰ ਕਹਿ ਦਿੱਤਾ ਗਿਆ ਵੀ ਇੱਕ ਪਾਸਾ ਤੁਸੀਂ ਚਲਾ ਲਓ ਅਤੇ ਦੂਜਾ ਪਾਸਾ ਅਸੀਂ 24 ਤੋਂ ਪਹਿਲਾਂ ਅਸੀਂ ਚਲਾਵਾਂਗੇ। ਜਦ ਕਿ 3 ਮਹੀਨੇ ਹੋ ਚੁੱਕੇ ਆ। ਇੱਥੇ ਇੱਕ ਛੋਟਾ ਜਿਹਾ ਸਟੇਸ਼ਨ ਸੀਗਾ ਇਲੈਕਟ੍ਰੀਕਲ ਦਾ, ਰੇਲਵੇ ਵਾਲਿਆਂ ਦਾ, ਉਹਦੇ ਕੋਲ ਪੈਸਿਆਂ ਦਾ ਰਫੜ ਸੀਗਾ। ਉਹ ਸੈਂਟਰ ਤੋਂ ਪੈਸੇ ਵੀ 3 ਮਹੀਨੇ 4 ਮਹੀਨੇ ਪਹਿਲਾਂ ਅਸੀਂ ਸੁਣਿਆ ਵੀ ਆ ਗਏ, ਮਿਲ ਗਏ ਕੰਪਨੀ ਨੂੰ। ਅਤੇ ਉਹ ਕੀ ਵਜ੍ਹਾ ਹੈਗੀ ਹੈ ਕਿ ਉਹ ਜਿਹੜਾ 2 ਟਰਾਂਸਫਾਰਮਰ ਛੋਟੇ ਹੈ ਅਤੇ 4 ਐਂਗਲ ਹੈਗੇ, ਉਹ ਕਿਉਂ ਨਹੀਂ ਚੱਕ ਹੋਏ ਅੱਜ ਤੱਕ। ਉਹਨਾਂ ਦਾ ਰੀਜ਼ਨ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਕਿ ਫਿਕਸੇਸ਼ਨ ਹੈ ਇਹ ਸਰਕਾਰਾਂ ਦੀ ਆਪਸ ਦੇ ਵਿੱਚ ਵੀ ਇੱਕ ਤੁਸੀਂ ਪੱਥਰ ਲਵਾ ਲਓ ਅਤੇ ਦੂਜਾ ਅਸੀਂ ਲਵਾਵਾਂਗੇ 24 ਦੇ ਇਲੈਕਸ਼ਨਾਂ ਤੋਂ ਪਹਿਲਾਂ। ਅਸੀਂ ਬੇਨਤੀ ਕਰਦੇ ਹਾਂ ਮੁੜ ਕੇ ਜਿਹੜੇ ਸਾਡੇ ਇਸ ਇਲਾਕੇ ਦੇ ਮਾਨਯਵਰ ਮੰਤਰੀ ਜੀ ਹੈ ਵੀ ਮਹਾਰਾਜ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਰਾਤ ਨੂੰ ਨਾ ਆਉਂਦੇ ਤਾਂ ਰਾਤ ਨੂੰ ਇਹ ਜਿਹੜੀ ਆ ਉਹ ਪੈਣੀ ਨਹੀਂ ਸੀ ਸਲੈਬ। ਤੁਸੀਂ ਆ ਗਏ, ਤੁਹਾਡੀ ਮਿਹਰਬਾਨੀ, ਸਲੈਬ ਪੈ ਗਈ ਹੈ। ਪਰ ਹੁਣ ਇਹਨੂੰ ਫੋਲੋ ਅਪ ਕਰਕੇ ਇਹਨੂੰ ਆਪਣੇ ਕਹੇ ਵਕਤਾਂ ਮੁਤਾਬਕ, ਆਪਣੇ ਟਾਈਮਾਂ ਮੁਤਾਬਕ ਜ਼ਰੂਰ ਚਲਵਾ ਦਿਓ। ਧੰਨਵਾਦ ਜੀ। ਜਿਹੜਾ ਫਲਾਈਓਵਰ ਹੈ 2018 ਦੇ ਵਿੱਚ ਇਹਨੂੰ ਚਾਲੂ ਕੀਤਾ ਸੀਗਾ ਕਾਂਗਰਸ ਸਰਕਾਰ ਨੇ, ਪਰ ਇਹ ਜਿਹੜਾ ਕਾਨਾ ਫਲਾਈਓਵਰ ਹੈ ਨਾ ਤਾਂ ਕਾਂਗਰਸ ਸਰਕਾਰ ਦੇ ਉੱਪਰੋਂ ਮੁਕੰਮਲ ਹੋਇਆ ਅਤੇ ਨਾ ਹੀ ਭਾਜਪਾ ਵੱਲੋਂ ਮੁਕੰਮਲ ਹੋਇਆ। ਪਰ ਜਿਹੜੇ ਆਮ ਆਦਮੀ ਪਾਰਟੀ ਹੈ ਇਹਨੂੰ ਲੋਕਾਂ ਵੱਲੋਂ ਇਸ ਕਰਕੇ ਭਾਰੀ ਵੋਟਾਂ ਨਾਲ ਜਿਤਾਇਆ ਸੀਗਾ ਤਾਂ ਜੋ ਕੀ ਹੈ ਕਿ ਇਹ ਫਲਾਈਓਵਰ ਦਾ ਕੰਮ ਹੈ ਜਿਹੜਾ ਮੁਕੰਮਲ ਜਲਦੀ ਕੀਤਾ ਜਾਊਗਾ। ਪਰ ਬਾਰ-ਬਾਰ ਮੰਤਰੀ ਸਾਹਿਬ ਵੱਲੋਂ ਬਿਆਨਬਾਜ਼ੀ ਕੀਤੀ ਜਾਂਦੀ ਹੈ, ਬਾਰ-ਬਾਰ ਤਰੀਕ ਦਿੱਤੀ ਜਾਂਦੀ ਹੈ ਵੀ ਇਹ ਜਿਹੜਾ ਫਲਾਈਓਵਰ ਹੈ ਚਲਾਇਆ ਜਾਊਗਾ। ਪਰ ਇਹ ਜਿਹੜਾ ਫਲਾਈਓਵਰ ਹੈ ਹੁਣ 31 ਜੁਲਾਈ ਤੱਕ ਇਹਨੂੰ ਚਲਾਉਣ ਦਾ ਸਮਾਂ ਦਿੱਤਾ ਗਿਆ ਸੀ,
ਪਰ 31 ਜੁਲਾਈ ਤੱਕ ਇਹ ਮੁਕੰਮਲ ਨਹੀਂ ਹੋ ਸਕਿਆ। ਹੁਣ ਇਹਨਾਂ ਲੈਂਟਰ ਦੀ ਸਲੈਬ ਹੈ ਜਿਹੜੀ ਉਹ 31 ਜੁਲਾਈ ਨੂੰ ਮੰਤਰੀ ਸਾਹਿਬ ਪਵਾ ਤਾਂ ਗਏ ਹੈ, ਪਰ ਇਹ ਨਹੀਂ ਲੱਗਦਾ ਹਾਲੇ ਵੀ 2-3 ਮਹੀਨੇ ਤੋਂ ਪਹਿਲਾਂ ਚੱਲ ਸਕੇ। ਇਹ ਜਿਹੜਾ ਫਲਾਈਓਵਰ ਜਿਸ ਕਾਰਨ ਸ਼ਹਿਰ ਦੀ ਜਿਹੜੀ ਬਹੁਤ ਮਾੜੀ ਹਾਲਤ ਹੈ, ਦੁਕਾਨਦਾਰ ਭਰਾ ਮਿਊਸ ਹੈ, ਜਿਹੜੇ ਇਹਦੇ ਮੰਤਰੀ ਸਾਹਿਬ ਦੇ ਚੇਲੇ ਹੈ ਜਾਂ ਚਮਚੇ ਹੈ, ਉਹ ਮਤਲਬ ਕਿ ਫੇਸਬੁੱਕਾਂ 'ਤੇ ਤਰੀਕ ਪਾ ਕੇ WhatsApp 'ਤੇ ਤਰੀਕਾਂ ਪਾ ਕੇ ਦੱਸਦੇ ਆ ਕਿ ਇਹ ਜਿਹੜਾ ਫਲਾਈਓਵਰ ਹੈ ਚਲਾਇਆ ਜਾਊਗਾ, ਪਰ ਤਰੀਕ ਪੇ ਤਰੀਕ ਦੀ ਜਿਹੜੀ ਨੀਤੀ ਆ ਉਹ ਲਾਗੂ ਹੁੰਦੀ ਹੈ। ਇੱਥੇ ਜਿਹੜਾ ਇਹ ਫਲਾਈਓਵਰ ਹੈ ਹਾਲੇ ਮੁਕੰਮਲ ਹੁੰਦਾ 2-3 ਮਹੀਨੇ ਤੋਂ ਨਹੀਂ ਦਿਖਾ। ਲੋਕ ਹੈ ਜਿਹੜੇ ਉਹ ਜਾਮ ਦੇ ਵਿੱਚ ਅਤੀ ਫਸੇ ਆ। ਬੀਤੇ ਦਿਨ ਸਾਰੀ ਦਿਹਾੜੀ ਜਾਮ ਲੱਗਿਆ ਰਿਹਾ, ਅੱਜ ਸਵੇਰੇ ਜਾਮ ਲੱਗਿਆ ਰਿਹਾ, ਜਿਸ ਕਰਕੇ ਲੋਕ ਹੈ ਜਿਹੜੇ ਉਹ ਬਹੁਤ ਪਰੇਸ਼ਾਨ ਹੈ। ਆਮ ਆਦਮੀ ਪਾਰਟੀ ਤੋਂ ਵੀ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਅਸੀਂ ਬੇਨਤੀ ਕਰਦੇ ਹਾਂ, ਅਸੀਂ ਮੰਤਰੀ ਸਾਹਿਬ ਨੂੰ ਇਹ ਕਹਿੰਦੇ ਆ ਵੀ ਜੇ ਤੁਸੀਂ ਬਾਰ-ਬਾਰ ਤਰੀਕ ਪੇ ਤਰੀਕ ਜੋ ਦਿੰਦੇ ਆ, ਇਹ ਜਿਹੜੀ ਤਰੀਕ ਹੈ ਇੱਕ ਵਾਰੀ ਤੁਸੀਂ 3 ਮਹੀਨੇ ਦਾ ਸਮਾਂ ਦੇ ਦਿਓ, 4 ਮਹੀਨੇ ਦਾ ਸਮਾਂ ਦੇ ਦਿਓ, ਤਾਂ ਜੋ ਕਿ ਲੋਕ ਹੈ ਟਿਕ ਕੇ ਬੈਠ ਜਾਣ, ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗੇ ਵੀ ਆਹ ਤਰੀਕ ਦਿੱਤੀ ਹੈ ਜਿਸ ਦੇ ਨਾਲ ਇਹ ਮੁਕੰਮਲ ਫਲਾਈਓਵਰ ਹੋ ਸਕੇ। ਸ਼ੰਮੀ ਜੀ, ਇਹ ਤੋਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਗਿਆ ਵੀ ਫਲਾਣੀ ਤਰੀਕ ਨੂੰ ਅਸੀਂ ਚਲਾ ਦੇਣਾ, ਫਲਾਣੀ ਤਰੀਕ ਨੂੰ ਚਲਾ ਦੇਣਾ, ਲੇਕਿਨ ਪੁਲ ਚੱਲਿਆ ਨਹੀਂ। ਇਹ ਸੱਚਾਈ ਹੈ। ਔਰ ਜਦੋਂ ਮੰਤਰੀ ਨੇ ਕਿਹਾ ਸੀ ਵੀ ਮੈਂ 31 ਜੁਲਾਈ ਨੂੰ ਪੁਲ ਚਲਾ ਦੇਣਾ, ਉਦੋਂ ਅਸੀਂ ਚੈਲੰਜ ਕੀਤਾ ਸੀ ਵੀ 31 ਜੁਲਾਈ ਨੂੰ ਪੁਲ ਕਿਸੇ ਵੀ ਹਾਲਤ 'ਚ ਜਿਹੜਾ ਉਹ ਚੱਲ ਨਹੀਂ ਸਕਦਾ, ਕਿਉਂਕਿ ਜਿਹੜੀ ਜਦੋਂ ਦੀ ਆਪ ਦੀ ਸਰਕਾਰ ਆਈ ਆ, ਅੱਜ 1.5 ਸਾਲ ਇਹਨਾਂ ਨੂੰ ਸਮਾਂ ਹੋ ਗਿਆ ਔਰ ਸਿਰਫ 10% ਦਾ ਕੰਮ ਰਹਿੰਦਾ ਸੀ 6 ਪਿੱਲਰ ਬਣਨੇ ਤੇ, ਜਿਹਦੇ 'ਚੋਂ 5 ਪਿੱਲਰ ਹੈ ਜਿਹੜੇ ਇਹਨਾਂ ਦੇ ਰਾਜ 'ਚ ਬਣੇ ਆ ਔਰ 5 ਪਿੱਲਰਾਂ ਨੂੰ ਇੰਨਾ ਜਿਹੜਾ ਖੱਜਲ ਖੁਆਰੀ ਹੈ ਕਰ ਦਿੱਤੀ ਹੈ। ਅੱਜ ਲੋਕ ਆ ਪਿਛਲੇ 2-3 ਦਿਨਾਂ ਤੋਂ, ਵੈਸੇ ਤਾਂ ਸਾਲ ਤੋਂ ਲੋਕ ਬਹੁਤ ਪਰੇਸ਼ਾਨ ਹੋ ਰਹੇ, ਪਰ ਹੁਣ ਗਰਮੀ ਦਾ ਮੌਸਮ ਹੈ, ਤੁਸੀਂ ਦੇਖਿਆ ਵੀ ਖੜ ਨਹੀਂ ਹੋਇਆ ਕਰਦਾ ਔਰ ਮੀਂਹ ਪੈਂਦਾ ਔਰ ਜਾਮ ਦੀ ਸਥਿਤੀ ਹੈ ਜਿਹੜੀ ਬਹੁਤ ਭਿਆਨਕ ਹੁੰਦੀ ਜਾ ਰਹੀ। ਇਹਦੇ ਲਈ ਸਾਡਾ ਮੰਤਰੀ ਮੁੱਖ ਤੌਰ ਤੇ ਦੋਸ਼ੀ ਹੈ, ਕਿਉਂਕਿ ਜਦੋਂ ਇੱਥੇ ਅੰਡਰਪਾਸ ਬਣਦਾ ਸੀ, ਮੰਤਰੀ ਨੇ ਚੋਣਾਂ ਤੋਂ ਪਹਿਲਾਂ ਇੱਥੇ ਧਰਨਾ ਲਾ ਕੇ ਅੰਡਰਪਾਸ ਦਾ ਜਿਹੜਾ ਕੰਮ ਰੁਕਾ ਕੇ ਇਲਾਕੇ ਦੇ ਵਿੱਚ ਵਾਹ ਖੱਟੀ ਸੀ। ਪਰ ਜਦੋਂ ਸੱਤਾ ਤੇ ਕਾਬਜ਼ ਹੋ ਗਿਆ, ਫਿਰ ਨਾ ਤਾਂ ਅੰਡਰਪਾਸ ਬਣਿਆ, ਆ ਜਿਹੜਾ ਫਾਟਕ ਚੱਲਦਾ ਸੀ ਇਸ ਫਾਟਕ ਨੂੰ ਵੀ ਬੰਦ ਕਰਾ ਦਿੱਤਾ। ਜੇ ਅੱਜ ਇਹ ਫਾਟਕ ਚੱਲਦਾ ਹੁੰਦਾ ਤਾਂ ਲੋਕਾਂ ਨੂੰ ਇੰਨੀ ਨੌਬਤ ਨਹੀਂ ਆਣੀ ਸੀ। ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣ ਚਾਹੁੰਦਾ, ਇੱਕ ਕੌਂਸਲ ਦਾ ਜਿਹੜਾ ਬਰਾਰੀ ਪੁਲ ਹੈ ਪੰਜਾਬ ਸਰਕਾਰ ਦੀ ਦੇਖ ਰੇਖ ਹੇਠਾਂ ਬਣਿਆ ਕਰਦਾ, ਉਹਦਾ ਕੰਮ ਬੜੀ ਧੀਮੀ ਗਤੀ ਨਾਲ ਚੱਲਦਾ। ਜੇ ਮੰਤਰੀ ਸਾਹਿਬ ਸੱਤਾ 'ਤੇ ਕਾਬਜ਼ ਹੋ ਗਏ ਤਾਂ ਉਸ ਪੁਲ ਦਾ ਕੰਮ ਨੂੰ ਤੇਜ਼ੀ ਲਿਆ ਸਕਦੇ ਸੀ ਔਰ ਜਦੋਂ ਇਹ ਟ੍ਰੈਫਿਕ ਇੱਧਰੋਂ ਚੱਲ ਜਾਣੀ ਸੀ ਤਾਂ ਲੋਕਾਂ ਨੂੰ ਕੁਛ ਨਾ ਕੁਛ ਜਿਹੜਾ ਸੁੱਖ ਦਾ ਸਾਹ ਆਣਾ ਸੀ। ਹੁਣ ਮੰਤਰੀ ਜੇ ਆਹ ਗਾਡਰ ਲਾਉਂਦੇ ਤਾਂ ਮੰਤਰੀ ਸਾਹਿਬ ਆ ਜਾਂਦੇ, ਕੋਈ ਲੈਂਟਰ ਪਾਉਂਦੇ ਤਾਂ ਮੰਤਰੀ ਸਾਹਿਬ ਆ ਜਾਂਦੇ। ਕੰਮ ਜ਼ਰੂਰ ਹੈ ਜਿਹੜਾ ਥੋੜ੍ਹੇ ਦਿਨਾਂ ਤੋਂ ਕੰਮ ਤੇਜ਼ੀ ਨਾਲ ਚੱਲਿਆ ਵਾ। ਲੋਕਾਂ ਨੂੰ ਜਿਹੜੇ ਲੋਕਾਂ 'ਚ ਇੱਕ ਠੰਡੇ ਕਰਨ ਦੀ ਖਾਤਰ ਮੰਤਰੀ ਜਿਹੜੀਆਂ ਤਰੀਕਾਂ ਦਿੰਦਾ, ਹੁਣ ਵੀ 10-15 ਦਿਨ ਦੇ ਗਿਆ। ਅਸੀਂ ਹੁਣ ਵੀ ਚੈਲੰਜ ਕਰਦੇ ਮੰਤਰੀ ਸਾਹਿਬ 10-15 ਦਿਨਾਂ 'ਚ ਨਹੀਂ ਪੁਲ ਚੱਲ ਸਕਦਾ। ਇਸ ਕਰਕੇ ਝੂਠ ਨਾ ਬੋਲੋ, ਤੁਸੀਂ ਜੋ ਕੁਛ ਹੈਗੀ ਆ ਸੱਚਾਈ ਲੋਕਾਂ ਨੂੰ ਜਿਹੜੀ ਹੈ ਉਹ ਦੱਸੋ। ਹੁਣ ਆਹੀ ਲੈ ਲਓ, 5 ਮਹੀਨੇ ਤੋਂ ਇੱਕ ਪਾਇਆ ਜਿਹੜਾ ਰੁਕਿਆ ਵਾ ਕੰਮ ਹੈ ਨਹੀਂ, ਅੱਜ ਤੱਕ ਨਹੀਂ ਕੰਮ ਚੱਲਿਆ। ਹੁਣ ਜੇ ਲੰਗੜਾ ਪੁਲ ਵੀ ਚੱਲਣਾ, ਉਹ ਵੀ ਸਹੀ ਜਿਹੜੀਆਂ ਤਰੀਕਾਂ ਜਿਹੜੀਆਂ ਬਾਰ-ਬਾਰ ਦਿਆ ਕਰਦੇ ਉਹਦੇ ਮੁਤਾਬਕ ਨਹੀਂ ਚੱਲਣਾ। ਐਨੇ ਝੂਠ ਤੁਸੀਂ ਕਿਹਾ ਵੀ ਝੂਠ ਬਹੁਤ ਬੋਲਦੇ, ਐਨੇ ਝੂਠ ਬੋਲਦੇ, ਆਖਰ ਝੂਠ ਤੇ ਝੂਠ, ਕਾਰਨ ਕੀ ਹੈ? ਕਾਰਨ ਇਹ ਹੈ ਵੀ ਇਹ ਸਰਕਾਰ ਹੈ ਜਿਹੜੀ ਪੰਜਾਬ ਦੀ ਆਪ ਵਾਲਿਆਂ ਦੀ, ਇਹ ਝੂਠ ਦੇ ਸਹਾਰੇ ਹੀ ਚੱਲਿਆ ਕਰਦੀ ਹੈ। ਔਰ ਮੈਂ ਤਾਂ ਆਪਣੇ ਇਲਾਕੇ 'ਚ 2-3 ਘਟਨਾਵਾਂ ਇੱਦਾਂ ਦੀਆਂ ਘਟੀਆਂ ਵੀ ਜਿਹਦੇ 'ਚ ਮੈਂ ਝੂਠ ਹੈ ਜਿਹੜਾ ਇਹਦਾ ਸਾਹਮਣੇ ਪੜਿਆ। ਮੇਰਾ ਪਿੰਡ ਇੱਕ ਗਰੀਬ ਔਰਤ ਦੇ ਘਰ ਅਫਸੋਸ ਕਰਨ ਗਿਆ, ਉਹਦਾ ਪੁੱਤਰ ਹੈ ਜਿਹੜਾ ਮੌਤ ਹੋ ਗਈ ਸੀ ਇੱਕ ਸੜਕ ਹਾਦਸੇ 'ਚ। ਉੱਥੇ ਉਹਨੂੰ ਬੀਬੀ ਨੂੰ ਕਹਿ ਕੇ ਆਇਆ ਕਿ ਬੀਬੀ ਮੈਂ ਤੇਰਾ ਜਿਹੜਾ ਬਾਥਰੂਮ ਬਣਾ ਦੂੰਗਾ, ਮੈਂ ਤੇਰੀ ਰਸੋਈ ਬਣਾ ਦੂੰਗਾ। ਹੁਣ 2-2.5 ਮਹੀਨੇ ਬੀਤ ਗਏ, ਇਹ ਨਹੀਂ ਹੋਇਆ, ਇਹਦਾ ਝੂਠ ਹੈ। ਚੋਣਾਂ ਤੋਂ ਪਹਿਲਾਂ ਇਹ ਕਿਹਾ ਕਰਦਾ ਸੀ KP ਰਾਣੇ ਨੂੰ ਇਹ ਤਾਲਿਬਾਨ ਹੈ, ਇਹ ਫਲਾਣਾ ਬੇਈਮਾਨ ਹੈ, ਇਹਨੇ ਐਂ ਕਰ ਲਿਆ। ਇੱਕ ਸਾਥੀ ਸਾਡਾ ਹਰਜਾਬ ਸਿੰਘ ਫੜਿਆ ਸੀ, ਪੁਲਿਸ ਨੇ ਘਰੋਂ ਚੱਕਿਆ ਸੀ, ਹਾਹਾਕਾਰ ਮਚਾਤੀ ਇਸ ਨੇ ਵੀਡੀਓ 'ਤੇ ਲਾਈਵ ਹੋ ਕੇ। ਲੇਕਿਨ ਪਿਛਲੇ ਦਿਨੀ ਜਦੋਂ ਇੱਕ ਬੱਚੀ ਦੀ ਲਾਸ਼ ਨੂੰ ਰੱਖ ਕੇ ਇਲਾਕੇ ਦੇ ਲੋਕਾਂ ਨੇ ਭਲਾਣ ਅੱਡੇ ਦੇ ਵਿੱਚ ਜਾਮ ਲਾਇਆ ਤਾਂ ਜਿਹੜੇ ਲੋਕ ਹਾਂ ਦਾ ਨਾਰਾ ਮਾਰਨ ਗਏ ਉਹਨਾਂ ਨੂੰ ਇਹਨੇ ਘਰੋਂ ਚੁਕਾਤਾ। ਫਿਰ ਕੋਈ ਇਹਦਾ ਜਿਹੜਾ ਕੋਈ ਨਹੀਂ ਬੋਲਿਆ। ਫਿਰ ਉਹਦੇ ਬਾਰੇ ਇਹਨਾਂ ਇੱਕ ਵੀ ਸ਼ਬਦ ਹੈ ਜਿਹੜਾ ਇਹਦੇ ਮੂੰਹ 'ਤੇ ਨਹੀਂ ਨਿਕਲਿਆ ਕਿ ਇਲਾਕੇ ਦੇ ਜਿਹੜੇ ਲੀਡਰ ਲੋਕ ਹੈ ਜਿਹੜੇ ਅਗਵਾਈ ਕਰਦੇ ਆ ਘੋਲਾਂ ਦੀ, ਕਿਸੇ ਨਾਲ ਵੀ ਜ਼ੁਲਮ ਧੱਕਾ ਹੁੰਦਾ, ਉਹਨਾਂ ਨੂੰ ਜਦ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਤਾਂ ਇਹਦਾ ਕੋਈ ਸ਼ਬਦ ਨਹੀਂ ਬੋਲਿਆ। ਇਹ ਤੋਂ ਬਾਅਦ ਇਹਨੇ ਬੜਾ ਕਿਹਾ ਸੀ ਮਾਈਨਿੰਗ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਮੈਂ ਇੱਕ ਪੱਥਰ ਨਹੀਂ ਚੁੱਕ ਹੋਣ ਦੇਣਾ। ਲੇਕਿਨ ਲੋਕਾਂ ਦੀ ਧੌਣ 'ਤੇ ਗੋਡਾ ਰੱਖ ਕੇ ਮਾਈਨਿੰਗ ਮੰਤਰੀ ਕਰਾ ਰਿਹਾ। ਦੇਖਿਆ ਜਦੋਂ ਭਲਾਣ ਮੋਰਚਾ ਲੱਗਿਆ, ਮੰਤਰੀ ਕਹਿੰਦਾ ਇਹ 2-4 ਲੋਕ ਹੈ ਇਹ ਲੱਗੇ ਵੇ ਐਵੇਂ ਹਟ ਜਾਣਾ ਇਹਨਾਂ ਨੇ,
ਲੇਕਿਨ ਲੋਕਾਂ ਦਾ ਜਦੋਂ ਹੜ੍ਹ ਆ ਗਿਆ ਤਾਂ ਇਹਨੂੰ ਮਾਈਨਿੰਗ ਹੈ ਜਿਹੜੀ ਬੰਦ ਕਰਾਣੀ ਪਈ। ਆ ਕੀਰਤਪੁਰ ਦੇ ਬੱਸ ਅੱਡੇ ਦੀ ਤੁਸੀਂ ਗੱਲ ਕਰ ਲਓ, ਮੈਂ ਜਦੋਂ ਆ ਜਾਊਂਗਾ ਸੱਤਾ ਤੇ ਨਮੂਨੇ ਦਾ ਬੱਸ ਅੱਡਾ ਬਣਾਊਂਗਾ, ਕੋਈ ਬੱਸ ਅੱਡਾ ਨਹੀਂ ਬਣਿਆ। ਮੇਰਾ ਪਿੰਡ ਆਇਆ ਢੇਰ, ਉੱਥੇ ਮਿੰਨੀ PSC ਜਿਹੜੀ ਸਰਕਾਰ ਦੀ ਚੱਲਦੀ ਸੀ, ਕਹਿੰਦਾ ਇਦਾਂ ਦਾ ਹਸਪਤਾਲ ਬਣਾ ਦੂੰਗਾ, ਚੰਡੀਗੜ੍ਹ ਤੋਂ ਲੋਕ ਇਲਾਜ ਕਰਾਉਣ ਪਿੰਡ ਢੇਰ ਚ ਆਉਂਗੇ। ਹੁਣ ਉਹ ਆਮ ਕਲੀਨਿਕ ਬਣਾਤੀ, ਸਾਰਾ ਕੁਣਾਤਾ। ਚਲੋ ਕੀਰਤਪੁਰ ਸਾਹਿਬ ਦਾ ਟਰੋਮਾ ਸੈਂਟਰ ਹੈ, ਨੰਗਲ ਚ ਲੈ ਲਓ, ਇੱਥੇ ਕਹਿੰਦਾ ਟੂਰਿਸਟ ਹੱਬ ਬਣੂਗਾ, ਮੈਂ ਟੂਰਿਸਟ ਬੈਂਗਲੋ ਬਣਾ ਦੂੰਗਾ, ਕੋਈ ਹੱਬ ਨਹੀਂ ਬਣਿਆ। ਜੋ ਕੁਝ ਪਹਿਲਾਂ ਚੱਲਦਾ ਤਾ ਉਹ ਵੀ ਜਿਹੜਾ ਹੈ ਬਰਬਾਦ ਹੋ ਗਿਆ ਸਾਡਾ। ਸੋ ਮੰਤਰੀ ਦਾ ਕਿੰਨਾ ਕੁ ਜਿਹੜਾ ਝੂਠ ਹੈ ਉਹ ਅਸੀਂ ਲੋਕਾਂ ਨੂੰ ਦੱਸੀ। ਆਹੀ ਟਰੱਕ ਯੂਨੀਅਨ ਚ ਕਹਿੰਦਾ ਤਾ ਲੋਕਾਂ ਦੇ ਆਗੂ ਬਣਾਉਣੇ, ਮੈਂ ਥਾਪ ਤੇ ਉਹ ਲਿਆ ਕੇ ਜਿਹਦੇ ਪ੍ਰਧਾਨ ਉਹ ਥਾਪ ਤਾ ਜਿਹਦੇ ਕੋਲ ਵਿਚਾਰੇ ਕੋਲ ਗੱਡੀ ਵੀ ਹੈ ਨਹੀਂ ਸੀ। ਪਹਿਲਾਂ ਕਹਿੰਦਾ ਤਾਂ ਇੱਥੇ ਗੁੰਡਾ ਪਰਚੀ ਲੱਗੀ ਵੀ, ਰਾਖੀ ਵਾਲਿਆਂ ਦੀ ਪਰਚੀ ਕੱਟ ਹੁੰਦੀ, ਉਹ ਬੰਦ ਕਰਾ ਦੇਣੀ, ਕੋਈ ਬੰਦ ਨਹੀਂ ਹੋਈ ਪਰਚੀ, ਉੱਦਾਂ ਹੀ ਚੱਲੀ ਵੀ ਆ। ਔਰ ਮਾਲ ਹੈ ਜਿਹੜਾ ਉਹ ਛਕਿਆ ਕਰਦੇ, ਦਿਨ ਰਾਤ ਲੋਕ ਆ ਜਿਹੜੇ ਤਰਾ ਕਰਿਆ ਕਰਦੇ। ਇਸ ਕਰਕੇ ਮੰਤਰੀ ਨੂੰ ਜਿਹੜਾ ਝੂਠ ਬੋਲਣਾ, ਆ ਪੁਲ ਦੇ ਮਸਲੇ 'ਚ ਕਿੰਨੀ ਵਾਰੀ ਝੂਠ ਬੋਲਿਆ। ਅਸੀਂ ਇਹੀ ਕਹਿੰਦੇ ਕਿ ਮੰਤਰੀ ਸਾਹਿਬ ਆਪਣੇ ਅਹੁਦੇ ਦਾ ਅਪਮਾਨ ਨਾ ਕਰੋ। ਤੁਸੀਂ ਧਰਨੇ ਮੁਜ਼ਾਹਰੇ ਕਰਦੇ ਤੇ, ਜਦੋਂ ਅਸੀਂ ਧਰਨੇ ਲਾਉਂਦੇ ਤੇ ਤੁਸੀਂ ਵਿੱਚ ਆ ਕੇ ਬੜੇ ਭਾਸ਼ਣ ਤਕੜਾ ਦਿੰਦਾ ਤਾ, ਤੂੰ ਭਾਸ਼ਣ ਬੋਲਦਾ ਤਾ, ਵਾਹ ਖੜਦਾ ਤਾ। ਲੇਕਿਨ ਜਦੋਂ ਹੁਣ ਤੇਰੇ ਖਿਲਾਫ ਧਰਨੇ ਲੱਗਦੇ, ਹੁਣ ਤੂੰ ਕਿਉਂ ਨਹੀਂ ਧਰਨਾ ਲੱਗਣ ਦਿੰਦਾ? ਤੂੰ ਕਹਿੰਦਾ ਸੀ ਹਰਾ ਪੈਨ ਮੇਰਾ ਲੋਕਾਂ ਦੀ ਸੇਵਾ ਲਈ ਚੱਲੂਗਾ, ਹੁਣ ਤੂੰ ਲੋਕਾਂ ਦੀ ਸੇਵਾ ਲਈ ਨਹੀਂ ਆਪਣਾ ਹਰਾ ਪੈਨ ਚਲਾ ਰਿਹਾ, ਲੋਕਾਂ ਦਾ ਖੂਨ ਚੂਸਣ ਲਈ ਜਿਹੜਾ ਤੂੰ ਹੈ ਉਹ ਪੈਨ ਚਲਾ ਰਿਹਾ। ਅੱਜ ਇਲਾਕੇ ਦੇ ਅੰਦਰ ਤੂੰ ਮਾਰਦਾ ਸੀ ਮੈਂ ਫੈਕਟਰੀਆਂ ਲਿਆ ਦੂੰਗੀਆਂ, ਮੈਂ PACL ਦਾ ਫਲਾਣਾ ਕਰ ਦੂੰਗਾ, PACL ਨੂੰ ਐ ਕਰ ਦੂੰਗਾ, ਮੁਲਾਜ਼ਮਾਂ ਨਾਲ ਤਾਂ ਵਾਅਦਾ ਕੀਤਾ ਸੀ। ਉਹ ਸਭ ਤੋਂ ਪਹਿਲਾਂ ਜਿਹੜਾ ਤੇਰਾ ਮੋਹ ਭੰਗ ਹੈ ਉੱਥੋਂ ਹੋਇਆ ਕਿ ਤੂੰ PACL ਦੇ ਲੋਕਾਂ ਦੇ ਜਿਹੜੇ ਉੱਥੇ ਦੇ ਕਿਰਤੀ ਮਜ਼ਦੂਰ ਹੈ ਤੈਂ ਉਹਨਾਂ ਦੀ ਬਾਂਹ ਨਹੀਂ ਫੜੀ। ਅੱਜ ਚੱਲ ਜਾਓ ਫੈਕਟਰੀ ਦੇ ਅੰਦਰ, ਪ੍ਰਵਾਸੀ ਮਜ਼ਦੂਰ ਹਜ਼ਾਰਾਂ ਦੀ ਗਿਣਤੀ 'ਚ ਕੰਮ ਕਰਦੇ, ਲੇਕਿਨ ਇਲਾਕੇ ਦੇ ਲੋਕ ਹੈ ਜਿਹੜੇ ਦਿਹਾੜੀ ਲਾ ਕੇ ਗੁਜ਼ਾਰਾ ਕਰਦੇ ਆ, ਜਿਨ੍ਹਾਂ ਦੀਆਂ ਜ਼ਮੀਨਾਂ ਵੀ ਵਿੱਚ ਆਈਆਂ, ਉਹਨਾਂ ਨੂੰ ਕੋਈ ਜਿਹੜਾ ਰੁਜ਼ਗਾਰ ਦਾ ਕੋਈ ਸਾਧਨ ਨਹੀਂ। ਇਸ ਲਈ ਮੰਤਰੀ ਸਾਹਿਬ ਝੂਠ ਬੋਲਣਾ ਲੋਕਾਂ ਨਾਲ ਜਿਹੜਾ ਹੈ ਇਹ ਬੰਦ ਕਰੋ, ਇਹ ਬਹੁਤਾ ਚਿਰ ਨਹੀਂ ਚੱਲਣਾ। ਪਿਛਲੇ ਦਿਨੀ ਇੱਥੇ ਫਲਾਈਓਵਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਕਿਉਂ ਫਲਾਈਓਵਰ ਬਣਾਉਣ ਦੀ ਕੋਸ਼ਿਸ਼ ਕੀਤੀ? ਕਿੱਥੇ ਅੱਜ ਫਲਾਈਓਵਰ ਦਾ ਕੰਮ? ਕੌਣ ਝੂਠ ਦੀਆਂ ਰੋਟੀਆਂ ਇਸ ਦੇ ਉੱਤੇ ਸੇਕ ਰਿਹਾ ਹੈ? ਇਹ ਸਾਰਾ ਕੁਝ ਜਾਣਦੇ ਹਾਂ ਉਸ ਬੇਜਾਨ ਫਲਾਈਓਵਰ ਤੋਂ ਜਿਹੜਾ ਕਹਿੰਦਾ ਹੈ ਅੱਜ ਮੇਰੇ ਤੇ ਰਹਿਮ ਕਰੋ। ਕੀ ਕਹਿੰਦਾ ਹੈ ਸੁਣੋ। ਦੋਸਤੋ, ਮੈਂ ਹਾਂ ਨੰਗਲ ਟਾਊਨਸ਼ਿਪ ਤੋਂ ਲੈ ਕੇ ਨਿਆ ਨੰਗਲ ਤੱਕ ਬਣਨ ਵਾਲਾ ਫਲਾਈਓਵਰ। ਜਦੋਂ ਵਿਕਾਸ ਤੇਜ਼ੀ ਨਾਲ ਆਇਆ ਤਾਂ ਰੇਲਵੇ ਲਾਈਨ ਵੀ ਨੰਗਲ ਟਾਈਮ ਤੱਕ ਜਿਹੜੀ ਆਉਂਦੀ ਸੀ ਉਸ ਦਾ ਵਿਸਥਾਰ ਕੀਤਾ ਗਿਆ ਤੇ ਉਸ ਨੂੰ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਊਨਾ, ਆਮ, ਦੌਲਤਪੁਰ ਚੌਂਕ ਤੱਕ ਲਿਜਾਇਆ ਗਿਆ, ਜਿਸ ਨੂੰ ਕਿਹਾ ਜਾ ਰਿਹਾ ਹੁਣ ਤਲਵਾੜਾ ਤੱਕ ਲਿਜਾਇਆ ਜਾਏਗਾ। ਜਦੋਂ ਰੇਲਵੇ ਲਾਈਨ ਦਾ ਵਿਸਥਾਰ ਹੋਇਆ ਤਾਂ ਇਸ ਜਗ੍ਹਾ ਦੇ ਉੱਤੇ ਰੇਲਾਂ ਦਾ ਆਉਣਾ ਵੀ ਜ਼ਿਆਦਾ ਹੋ ਗਿਆ। ਰੇਲਾਂ ਦਾ ਆਉਣਾ ਜ਼ਿਆਦਾ ਹੋ ਗਿਆ। ਦੂਸਰੇ ਪਾਸੇ ਹਿਮਾਚਲ ਤੋਂ ਪੰਜਾਬ ਤੇ ਪੰਜਾਬ ਤੋਂ ਹਿਮਾਚਲ ਜਾਣ ਵਾਲੀ ਟ੍ਰੈਫਿਕ 'ਚ ਵੀ ਬੇਤਾ ਵਾਧਾ ਹੋ ਗਿਆ। ਤੇ ਜਦੋਂ ਉਹ ਇਹਨਾਂ ਰੇਲਵੇ ਕ੍ਰਾਸਿੰਗਸ ਤੋਂ ਲੰਘਦੇ ਤਾਂ ਜਾਮ ਵਰਗੀ ਸਥਿਤੀ ਸਾਹਮਣੇ ਦਰਪੇਸ਼ ਆਉਂਦੀ। ਜਾਮ ਵੀ ਅਜਿਹਾ ਕਿ ਧਰਮਸ਼ਾਲਾ ਤੋਂ ਨਿਆ ਨੰਗਲ ਤੱਕ ਪੁੱਜਣਾ ਜਿੰਨਾ ਆਸਾਨ ਹੁੰਦਾ, ਨਿਆ ਨੰਗਲ ਤੋਂ ਨੰਗਲ ਤੱਕ ਦਾ 2 ਕਿਲੋਮੀਟਰ ਦਾ ਸਫ਼ਰ ਪਾਰ ਕਰਨਾ ਵੀ 2 ਘੰਟੇ ਜਾਂ 3 ਘੰਟੇ ਤੱਕ ਲੱਗ ਜਾਂਦੇ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਆਉਣਾ, ਦਿੱਲੀ ਤੋਂ ਆਉਣਾ ਬੜਾ ਆਸਾਨ ਸੀ, ਲੇਕਿਨ ਨੰਗਲ ਤੋਂ ਨਿਆ ਨੰਗਲ ਤੱਕ ਪੁੱਜਣ ਲਈ 2 ਘੰਟੇ ਜ਼ਰੂਰ ਚਾਹੀਦੇ ਸੀ। ਭਾਵ ਇਹਨਾਂ ਜਾਮ ਤੋਂ ਤੰਗ ਆ ਕੇ ਮੇਰਾ ਜਨਮ ਹੋਇਆ। ਕਿਤਾਬਾਂ ਦੇ ਵਿੱਚ ਬੜੀ ਦੇਰ ਦੀ ਗੱਲ ਚੱਲੀ ਵੀ ਮੈਨੂੰ ਅਪਰੂਵ ਕੀਤਾ ਜਾਏਗਾ। ਅਪਰੂਵ ਹੋਇਆ ਵੀ। ਮੇਰੇ ਅਪਰੂਵਲ ਦੇ ਨਾਂ ਦੇ ਉੱਤੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਣੇ ਮਦਨ ਮੋਹਨ ਮਿੱਤਲ, ਜਿਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਜੋ ਕੇਂਦਰ ਦੇ ਵਿੱਚ ਸੱਤਾਰੂੜ ਹੈ ਉਸ ਦੀ ਮਰਜ਼ੀ ਦੇ ਨਾਲ ਮੇਰਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਉਸ ਦੀ ਅਪਰੂਵਲ ਦੇ ਨਾਲ ਮੇਰਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਫਿਰ ਜਦੋਂ ਰਾਣਾ KP ਇਸ ਜਗ੍ਹਾ ਦੇ ਉੱਤੇ 2017 ਦੇ ਵਿੱਚ ਚੋਣ ਲੜੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਇਹ BJP ਦਾ ਇਸ ਦੇ ਵਿੱਚ ਕੋਈ ਹੱਥ ਨਹੀਂ ਹੈ, ਇਹ ਤਾਂ ਕਾਂਗਰਸ ਦੀ ਦੇਣ ਹੈ। ਉਹਨਾਂ ਨੇ ਮੇਰੇ ਨਾਂ ਦੇ ਉੱਤੇ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਜਿੱਤ ਤਾਂ ਰਾਣਾ KP ਨੇ ਪ੍ਰਾਪਤ ਕੀਤੀ, ਪਰ ਰਾਣਾ KP ਨੇ ਵੀ ਕੇਵਲ ਤੇ ਕੇਵਲ ਮੈਨੂੰ ਵੋਟਾਂ ਦੇ ਲਈ ਵਰਤਿਆ। ਉਸ ਤੋਂ ਬਾਅਦ ਕਿਸੇ ਨੇ ਮੇਰੀ ਸਾਰ ਨਹੀਂ ਲਈ। 2018 ਦੇ ਵਿੱਚ ਹਾਲਾਂਕਿ ਮੈਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ,
ਤੇ ਮਿਆਦ ਰੱਖੀ ਗਈ 2 ਸਾਲ। 2 ਸਾਲ ਦੇ ਵਿੱਚ ਇਹ ਫਲਾਈਓਵਰ ਲੋਕਾਂ ਨੂੰ ਅਰਪਣ ਕਰ ਦਿੱਤਾ ਜਾਵੇਗਾ, ਇਹੀ ਕਿਹਾ ਗਿਆ। ਉਸ ਵਕਤ ਵੀ ਸਿਆਸਤ ਦੀਆਂ ਰੋਟੀਆਂ ਹੀ ਪੱਕਦੀਆਂ ਰਹੀਆਂ। 2 ਸਾਲ ਬੀਤਦੇ ਤਾਂ ਪਤਾ ਵੀ ਨਾ ਲੱਗਿਆ। ਮੇਰੇ ਤਾਂ ਪਿੱਲਰ ਵੀ ਖੜੇ ਨਹੀਂ ਹੋਏ 2 ਸਾਲ ਦੇ ਵਿੱਚ। ਕਦੀ ਕੰਮ ਰੁਕ ਜਾਣਾ, ਕਦੀ ਕੰਮ ਚੱਲ ਪੈਣਾ, ਕਦੀ ਕੰਮ ਰੁਕ ਜਾਣਾ, ਕਦੀ ਕੰਮ ਚੱਲ ਪੈਣਾ। ਕਦੀ ਕੇਂਦਰ ਪੈਸੇ ਦੇ ਰਿਹਾ ਹੈ, ਕਦੀ ਸਟੇਟ ਪੈਸੇ ਦੇ ਰਹੀ ਹੈ। ਕਦੀ ਭਾਰਤੀ ਜਨਤਾ ਪਾਰਟੀ ਨੇ ਕਹਿਣਾ ਕਿ ਅਸੀਂ ਪੈਸੇ ਲੈ ਕੇ ਆ ਰਹੇ ਹਾਂ, ਕਦੀ ਕਾਂਗਰਸ ਨੇ ਕਹਿਣਾ ਕਿ ਅਸੀਂ ਪੈਸੇ ਲੈ ਕੇ ਆ ਰਹੇ ਹਾਂ। ਭਾਵ ਇਹ ਸਿਆਸਤ ਦੀਆਂ ਰੋਟੀਆਂ ਮੇਰੇ ਉੱਤੇ ਲਗਾਤਾਰ ਪੱਕਦੀਆਂ ਚੱਲ ਗਈਆਂ। ਇਸ ਦਾ ਨੁਕਸਾਨ ਹੋਇਆ ਨੰਗਲ ਵਾਸੀਆਂ। ਹਾਲਾਂਕਿ ਨੰਗਲ ਵਾਸੀਆਂ ਨੂੰ ਇਹ ਭਰੋਸਾ ਸੀ ਕਿ ਬੇਸ਼ੱਕ ਸਾਡਾ ਨੰਗਲ ਟਾਊਨਸ਼ਿਪ ਹੈ, ਚੱਲਦਾ ਫਿਰਦਾ ਸ਼ਹਿਰ ਹੈ, ਜਦੋਂ ਤੱਕ ਪ੍ਰੋਜੈਕਟ ਭਾਖੜਾ ਡੈਮ ਰਹੇਗਾ ਅਸੀਂ ਇੱਥੇ ਰਹਾਂਗੇ। ਲੇਕਿਨ ਉਹਨਾਂ ਦਾ ਉਜਾੜਾ ਹਾਲਾਂਕਿ ਪਹਿਲੀ ਵਾਰ ਉਦੋਂ ਸ਼ੁਰੂ ਹੋ ਗਿਆ ਜਦੋਂ ਲੀਜ਼ ਦੇ ਨਾਂ ਤੇ ਨੰਗਲ ਦਾ ਸਿਨੇਮਾ ਤੇ ਉਸਦੇ ਆਲੇ ਦੁਆਲੇ ਦੀਆਂ ਦੁਕਾਨਾਂ ਤੋੜ ਦਿੱਤੀਆਂ ਗਈਆਂ। ਫਿਰ ਦੂਸਰਾ ਉਜਾੜਾ ਹੋਇਆ ਜਦੋਂ 1997 ਤੋਂ ਲੈ ਕੇ 2002 ਦੇ ਵਿੱਚ ਇੱਥੋਂ JVT ਸਕੂਲ ਚੱਕ ਕੇ ਰੋਪੜ ਪੁਜਾ ਦਿੱਤਾ ਗਿਆ। ਪਰ ਉਹ ਛੋਟੇ ਉਜਾੜੇ ਸਨ। ਇਹ ਉਦੋਂ ਵੀ ਰੋਏ ਸਨ, ਕੁਰਲਾਏ ਸਨ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਭਿਅੰਕਰ ਸਥਿਤੀ ਉਤਪੰਨ ਹੋ ਸਕਦੀ ਹੈ, ਲੇਕਿਨ ਇਹਨਾਂ ਦੀ ਪਰਵਾਹ ਕਿਸੇ ਨੇ ਨਹੀਂ ਕੀਤੀ। ਲੇਕਿਨ ਅਸਲ ਉਜਾੜਾ ਇਹਨਾਂ ਦਾ ਹੋਇਆ ਉਦੋਂ ਜਦੋਂ ਇੱਥੇ ਵੱਡੇ ਜਾਮ ਲੱਗਣ ਲੱਗੇ ਤੇ ਇਹਨਾਂ ਦੁਕਾਨਦਾਰਾਂ ਕੋਲ ਜਿਹੜੇ ਰੇਲਵੇ ਰੋਡ ਤੇ ਅੱਡਾ ਮਾਰਕੀਟ ਦੇ ਵਿੱਚ, ਮੇਨ ਮਾਰਕੀਟ ਦੇ ਵਿੱਚ ਜਾਂ ਹੋਰ ਕਿਧਰੇ ਦੁਕਾਨਾਂ ਚਲਾਉਂਦੇ ਸਨ, ਉਹਨਾਂ ਕੋਲ ਗਾਹਕ ਆਉਣੇ ਬੰਦ ਹੋ ਗਏ। ਉਹ ਗ੍ਰਾਹਕ ਜਿਹੜੇ ਹਿਮਾਚਲ ਤੋਂ ਆਉਂਦੇ ਸਨ, ਉਹ ਗ੍ਰਾਹਕ ਜਿਹੜੇ ਕਿ ਭੱਲਣੀ ਭਲਾਣ ਵੱਲੋਂ ਆਉਂਦੇ ਸਨ, ਉਹਨਾਂ ਨੇ ਇਹਨਾਂ ਨੰਗਲ ਵਾਸੀਆਂ ਦਾ ਉਜਾੜਾ ਕਰ ਦਿੱਤਾ। ਉਹ ਗ੍ਰਾਹਕ ਨਹੀਂ ਆਉਂਦੇ, ਇਹਨਾਂ ਦੇ ਕੰਮਕਾਰ ਬੰਦ ਹੋਣੇ ਸ਼ੁਰੂ ਹੋ ਗਏ। ਇੱਕ ਤਾਂ ਪਹਿਲਾਂ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮਾਰ ਸੀ ਕਿ ਉੱਥੇ ਸਟਾਫ ਦੀ ਕਮੀ ਸੀ ਜਿਸ ਨੂੰ ਪੂਰਾ ਨਹੀਂ ਸੀ ਕੀਤਾ ਜਾ ਰਿਹਾ। ਦੂਸਰਾ ਇਹਨਾਂ ਤੇ ਮਾਰ ਪਈ ਕਿ ਜਿਹੜੇ ਆਸੇ-ਪਾਸੇ ਤੋਂ ਲੋਕ ਗ੍ਰਾਹਕ ਬਣ ਕੇ ਇੱਥੇ ਇਹਨਾਂ ਦੁਕਾਨਾਂ ਤੇ ਸਮਾਨ ਖਰੀਦਣ ਆਉਂਦੇ ਸਨ, ਉਹਨਾਂ ਦਾ ਆਉਣਾ ਵੀ ਬੰਦ ਹੋ ਗਿਆ। ਨਿਆ ਨੰਗਲ ਦੇ ਲੋਕ ਤਾਂ ਚੰਡੀਗੜ੍ਹ ਤੱਕ ਆਪਣੇ ਕਿਸੇ ਪੇਸ਼ੈਂਟ ਨੂੰ ਲੈ ਕੇ ਵੀ ਨਹੀਂ ਸੀ ਜਾ ਸਕਦੇ ਕਿਉਂਕਿ 2-2 3-3 ਘੰਟੇ ਤੱਕ ਐਂਬੂਲੈਂਸਿਸ ਜਾਮ ਦੇ ਵਿੱਚ ਫਸੀਆਂ ਰਹਿੰਦੀਆਂ ਸਨ। ਇੱਥੇ ਹੀ ਬਸ ਨਹੀਂ, ਜਦੋਂ ਮੇਰਾ ਨਿਰਮਾਣ ਸ਼ੁਰੂ ਕਰਾਇਆ ਗਿਆ ਤਾਂ ਕੋਈ ਅਲੱਗ ਤੋਂ ਸੜਕ ਹੀ ਨਹੀਂ ਬਣਾਈ ਗਈ ਜਿਸ ਤੋਂ ਕਿ ਆਵਾਜਾਈ ਲੰਘ ਸਕੇ। ਅਨੰਦਪੁਰ ਸਾਹਿਬ ਤੋਂ ਟ੍ਰੈਫਿਕ ਨੂੰ ਡਿਵਰਟ ਕਰਕੇ ਕਲਵਾ ਮੋੜ ਭਲਾਣ ਵੱਲੋਂ ਸੰਦੋਗੜ੍ਹ ਤੱਕ ਪਹੁੰਚਾ ਦਿੱਤਾ ਗਿਆ ਜਾਂ ਨੰਗਲ ਡੈਮ ਤੱਕ ਪਹੁੰਚਾ ਦਿੱਤਾ ਗਿਆ। ਪਰ ਉਸ ਦੇ ਨਾਲ ਕੀ ਹੋਇਆ, ਉਸ ਸੜਕ ਦੇ ਉੱਤੇ ਜਿੱਥੇ ਪਹਿਲਾਂ ਹੀ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦਾ ਰਾਜ ਸੀ, ਉਸ ਸੜਕ ਦੇ ਉੱਤੇ ਰੋਜ਼ਾਨਾ ਐਕਸੀਡੈਂਟ ਹੋਣ ਲੱਗੇ, ਕਈ ਕੀਮਤੀ ਜਾਨਾਂ ਜਾਣ ਲੱਗ ਪਈਆਂ। ਪਰ ਮਜ਼ਾਲ ਹੈ ਕਿ ਇਹਨਾਂ ਸਿਆਸੀ ਆਗੂਆਂ ਦੇ ਅੱਖਾਂ ਦੇ ਵਿੱਚ ਕਦੇ ਕੋਈ ਹੰਝੂ ਆਇਆ ਹੋਵੇ, ਕਦੀ ਇਹਨਾਂ ਨੇ ਉਹਨਾਂ ਦੇ ਕੋਲ ਜਾ ਕੇ ਅਫਸੋਸ ਪ੍ਰਗਟ ਕੀਤਾ ਹੋਵੇ, ਨਹੀਂ। ਫਿਰ ਜਦੋਂ 2022 ਦੀਆਂ ਚੋਣਾਂ ਆਈਆਂ ਤਾਂ ਉਸ ਵਕਤ ਹਰਜੋਤ ਸਿੰਘ ਬੈਂਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਆਏ। ਉਹਨਾਂ ਨੇ ਵੀ ਬੜੇ ਵਾਅਦੇ ਕੀਤੇ ਕਿ ਅਗਰ ਤੁਸੀਂ ਮੈਨੂੰ ਵੋਟਾਂ ਪਾਓਗੇ ਤਾਂ ਆਉਣ ਵਾਲੇ ਸਮੇਂ ਵਿੱਚ ਮੇਰਾ ਬਹੁਤ ਜਲਦੀ ਨਿਰਮਾਣ ਕਰਵਾ ਦਿੱਤਾ ਜਾਵੇਗਾ। ਇੱਥੋਂ ਤੱਕ ਕਿ ਜਦੋਂ ਅੰਡਰਪਾਸ ਬਣਨ ਲੱਗਾ ਤਾਂ ਕਿ ਲੋਕਾਂ ਨੂੰ ਕੋਈ ਸਹੂਲੀਅਤ ਮਿਲ ਸਕੇ ਲੰਘਣ ਦੀ, ਜੋ ਕਿ ਜਾਮ ਨਾ ਲੱਗਣ, ਤਾਂ ਉਹਨਾਂ ਨੇ ਅੰਡਰਪਾਸ ਦਾ ਵੀ ਵਿਰੋਧ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਨਹੀਂ, ਅੰਡਰਪਾਸ ਦੀ ਜ਼ਰੂਰਤ ਨਹੀਂ ਹੈ, ਹੁਣ ਸਾਡੀ ਸਰਕਾਰ ਸੱਤਾ ਦੇ ਵਿੱਚ ਆਏਗੀ ਤਾਂ ਅਸੀਂ ਇਸ ਫਲਾਈਓਵਰ ਨੂੰ ਪੂਰਾ ਕਰਾਵਾਂਗੇ, ਇਹ ਕਹਿਣਾ ਸੀ ਉਹਨਾਂ ਦਾ। ਪਰ ਅਫਸੋਸ, ਸੱਤਾ ਦੇ ਵਿੱਚ ਆਏ 1.5 ਸਾਲ ਬੀਤ ਗਿਆ, ਉਹ ਵਾਅਦੇ ਤੇ ਵਾਅਦੇ ਕਰਦੇ ਰਹੇ, ਉਹ ਤਾਰੀਖ ਤੇ ਤਾਰੀਖ ਦਿੰਦੇ ਰਹੇ, ਉਹ ਝੂਠ ਤੇ ਝੂਠ ਬੋਲਦੇ ਰਹੇ, ਪਰ ਮੇਰਾ ਨਿਰਮਾਣ ਪੂਰਾ ਨਹੀਂ ਹੋ ਸਕਿਆ। ਜਦੋਂ ਉਹ ਕੋਈ ਤਾਰੀਖ ਦਿੰਦੇ ਤਾਂ ਮੈਂ ਖੁਸ਼ ਹੁੰਦਾ ਕਿ ਚਲੋ ਮੈਂ ਨੰਗਲ ਦੇ ਵਿੱਚ ਹਾਂ, ਮੈਂ ਨੰਗਲ ਵਾਸੀਆਂ ਦਾ ਦਰਦ ਸਮਝਦਾ। ਜਦੋਂ ਮੈਨੂੰ ਸ਼ੁਰੂ ਕੀਤਾ ਜਾਏਗਾ ਤਾਂ ਕਮ ਸੇ ਕਮ ਮੇਰਾ ਨੰਗਲ ਫਿਰ ਤੋਂ ਆਬਾਦ ਹੋ ਸਕੇਗਾ, ਫਿਰ ਤੋਂ ਨੰਗਲ ਵਾਸੀ ਖੁਸ਼ੀ ਮਹਿਸੂਸ ਕਰ ਸਕਣਗੇ। ਲੇਕਿਨ ਜਦੋਂ ਉਹ ਤਾਰੀਖ ਲੰਘਦੀ ਤਾਂ ਮੇਰੇ ਹੰਝੂ ਵੀ ਕਿਸੇ ਨੂੰ ਦਿਖਾਈ ਨਾ ਦਿੰਦੇ। ਮੈਂ ਵੀ ਰੋਂਦਾ, ਅੰਦਰ ਤੱਕ ਰੋਂਦਾ ਕਿ ਜਿਹੜੀ ਤਾਰੀਖ ਦਿੱਤੀ ਸੀ ਉਹ ਤਾਂ ਲੰਘ ਗਈ। ਕਦੀ ਹੋਲਾ ਮਹੱਲਾ ਦੇ ਉੱਤੇ ਚਲਾ ਦਿੱਤਾ ਜਾਏਗਾ, ਕਦੀ ਇਹ ਵਿਸਾਖੀ ਤੋਂ ਪਹਿਲਾਂ ਚਲਾ ਦਿੱਤਾ ਜਾਏਗਾ, ਕਦੀ ਕੋਈ ਤਾਰੀਖ ਦੇ ਦਿੱਤੀ ਗਈ। ਹੁਣ ਜਦੋਂ 31 ਜੁਲਾਈ ਦਿੱਤੀ ਗਈ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਕਿਉਂਕਿ ਕਾਫੀ ਕੁਝ ਹੁਣ ਬਣ ਚੁੱਕਿਆ ਸੀ ਤੇ ਹਰਜੋਤ ਸਿੰਘ ਬੈਂਸ ਕੋਸ਼ਿਸ਼ ਵੀ ਕਰ ਰਹੇ ਸਨ ਕਿ ਜਲਦੀ ਤੋਂ ਜਲਦੀ ਮੇਰਾ ਨਿਰਮਾਣ ਪੂਰਾ ਕਰਾਇਆ ਜਾਵੇ।
ਬੜੇ ਦਾਅਵੇ ਕੀਤੇ ਸੀ, ਮੇਰੇ ਉੱਤੇ ਪੈਰ ਰੱਖ ਕੇ, ਮੇਰੇ ਉੱਤੇ ਖੜੇ ਹੋ ਕੇ ਉਹਨਾਂ ਨੇ ਦਿਨ ਦਿਹਾੜੇ ਇਹ ਦਾਅਵਾ ਕੀਤਾ ਸੀ ਕਿ 31 ਜੁਲਾਈ ਨੂੰ ਮੇਰਾ ਨਿਰਮਾਣ ਪੂਰਾ ਕਰਕੇ ਇਸ ਦੇ ਉੱਤੋਂ ਇੱਕ ਪਾਸਿਓਂ ਆਵਾਜਾਈ ਚਾਲੂ ਕਰਾਈ ਜਾਏਗੀ। ਪਰ 31 ਜੁਲਾਈ ਮੇਰੇ ਲਈ ਸਭ ਤੋਂ ਵੱਧ ਮਾਯੂਸੀ ਵਾਲਾ ਦਿਨ ਹੋ ਕੇ ਨਿਬੜਿਆ। ਮੈਂ ਰੋ ਵੀ ਨਹੀਂ ਸੀ ਸਕਦਾ। ਮੈਂ ਪੱਥਰ ਆ ਨਾ, ਤੁਸੀਂ ਸੋਚੋਗੇ ਪੱਥਰ ਰੋਵੇਗੇ ਕਿਵੇਂ, ਲੇਕਿਨ ਕਈ ਵਾਰ ਪੱਥਰਾਂ ਦੇ ਵੀ ਹੰਝੂ ਡਿੱਗਦੇ ਨੇ। ਜਦੋਂ ਨੰਗਲ ਵਾਲਿਆਂ ਦਾ ਦੁੱਖ ਦਰਦ ਮੈਂ ਦੇਖਦਾ ਤਾਂ ਮੇਰੇ ਵੀ ਹੰਝੂ ਡਿੱਗਦੇ ਨੇ। ਮੈਂ ਰੋਇਆ ਸੀ ਵੀ ਅੱਜ 31 ਜੁਲਾਈ ਵੀ ਲੰਘ ਗਈ, ਅੱਜ ਵੀ ਮੇਰਾ ਨਿਰਮਾਣ ਪੂਰਾ ਨਹੀਂ ਹੋਇਆ, ਅਜੇ ਵੀ 3-4 ਸਲੈਬਾਂ ਪਾਣੀਆਂ ਬਾਕੀ ਨੇ। ਕਦੋਂ ਹੋਏਗਾ ਇਹ? ਕਦੋਂ ਨੰਗਲ ਵਾਸੀ ਕਹਿ ਸਕਣਗੇ ਚੱਲ ਲੰਗੜਾ ਹੀ ਸਹੀ, ਮੈਨੂੰ ਪੂਰਾ ਤਾਂ ਕੀਤਾ, ਚਾਹੇ ਮੈਂ ਇਕਲੱਤਾ ਹੀ ਹੋਵਾਂਗਾ ਲੇਕਿਨ ਕੁਛ ਤਾਂ ਰਾਹਤ ਮਿਲੇਗੀ ਮੇਰੇ ਨੰਗਲ ਵਾਸੀਆਂ ਨੂੰ, ਕੁਛ ਤਾਂ ਰਾਹਤ ਮਿਲੇਗੀ ਇੱਥੋਂ ਹਿਮਾਚਲ ਜਾਣ ਵਾਲਿਆਂ ਨੂੰ, ਕੁਛ ਤਾਂ ਰਾਹਤ ਮਿਲੇਗੀ ਹਿਮਾਚਲ ਤੋਂ ਪੰਜਾਬ ਜਾਣ ਵਾਲਿਆਂ ਨੂੰ। ਪਰ ਨਹੀਂ, ਝੂਠ ਨੇ ਇੱਕ ਹੋਰ ਤਾਰੀਖ ਦਿੱਤੀ, ਇਸ ਵਾਰ ਦਿਨ ਦਿਹਾੜੇ ਨਹੀਂ, ਰਾਤ ਦੇ ਹਨੇਰੇ ਵਿੱਚ ਆ ਕੇ। ਹਾਲਾਂਕਿ ਫਿਰ ਇੱਕ ਡਾਇਰੈਕਸ਼ਨਸ ਦਿੱਤੀਆਂ, ਫਿਰ ਦਾਅਵੇ ਕੀਤੇ ਕਿ ਮੈਨੂੰ ਜਲਦੀ ਤੋਂ ਜਲਦੀ ਪੂਰਾ ਕਰਾਇਆ ਜਾਵੇ। ਪੂਰਾ ਤਾਂ ਮੈਂ ਹੋ ਜਾਣਾ ਹੈ, ਅੱਜ ਨਹੀਂ ਤਾਂ ਕੱਲ ਪੂਰਾ ਹੋ ਜਾਣਾ ਹੈ, ਲੇਕਿਨ ਉਜੜਿਆਂ ਨੂੰ ਕੌਣ ਵਸਾਏਗਾ? ਸਭ ਤੋਂ ਵੱਡਾ ਸਵਾਲ ਤਾਂ ਇਹ ਪੈਦਾ ਹੋ ਗਿਆ। ਉਹਨਾਂ ਲਾਸ਼ਾਂ ਨੂੰ ਜ਼ਿੰਦਾ ਕੌਣ ਕਰੇਗਾ ਜਿਹੜੇ ਭਲਾਣ ਵਾਲੀ ਸੜਕ ਦੇ ਉੱਤੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ, ਸਿਰਫ ਇਸ ਲਈ ਕਿ ਅੱਜ ਇੱਥੋਂ ਜਿਹੜੀ ਮੇਰੇ ਉੱਪਰੋਂ ਟ੍ਰੈਫਿਕ ਲੰਘਣੀ ਸੀ, ਅੱਜ ਉਹ ਭੱਲੜੀ ਭਲਾਣ ਦੇ ਵਿੱਚੋਂ ਲੰਘ ਕੇ ਗੁਜ਼ਰ ਰਹੀ ਹੈ। ਉਹਨਾਂ ਮਰ ਚੁੱਕੇ ਲੋਕਾਂ ਦਾ ਹਿਸਾਬ ਕੌਣ ਦੇਵੇਗਾ? ਇਹ ਝੂਠੇ ਲਾਰੇ ਕਦੋਂ ਤੱਕ ਚੱਲਣਗੇ? ਇਹ ਝੂਠੇ ਵਾਅਦੇ ਕਦੋਂ ਤੱਕ ਹੋਣਗੇ? ਇਹ ਤਾਰੀਖ ਤੇ ਤਾਰੀਖ ਇਹ ਕਦੋਂ ਤੱਕ ਦਿੱਤੀ ਜਾਏਗੀ? ਕੁਝ ਤਾਂ ਸੋਚੋ, ਕੁਝ ਤਾਂ ਰਹਿਮ ਕਰੋ। ਮੈਨੂੰ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਇੱਕ ਵਾਰ ਫੇਰ ਵਾਅਦਾ ਕੀਤਾ ਗਿਆ ਹੈ ਕਿ ਆਉਣ ਵਾਲੇ 15-20 ਦਿਨ ਦੇ ਵਿੱਚ ਇਹ ਚਾਲੂ ਕਰ ਦਿੱਤਾ ਜਾਏਗਾ। ਪਰ ਦੂਜੇ ਪਾਸੇ ਮੈਨੂੰ ਇਸ ਗੱਲ ਦੀ ਸ਼ੰਕਾ ਹੈ, ਕਿਉਂਕਿ ਮੈਂ ਇੱਥੇ ਰੇਲਵੇ ਅਧਿਕਾਰੀਆਂ ਦੀਆਂ ਗੱਲਾਂ ਵੀ ਸੁਣਦਾ ਹਾਂ। ਰੇਲਵੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਸੀਂ ਬਕਸੇ ਬਣਾਉਂਦੇ ਹਾਂ, ਇੱਕ ਬਕਸਿਆਂ ਦੇ ਵਿੱਚ 10-10, 15-15 ਕਿਲੋ ਮਟੀਰੀਅਲ ਲੋਡ ਕਰਦੇ ਹਾਂ, ਫਿਰ ਇਹਨਾਂ ਦੀ ਚੈਕਿੰਗ ਹੁੰਦੀ ਹੈ। ਚੈਕਿੰਗ ਦੇ ਲਈ 28 ਦਿਨ ਲੱਗਦੇ ਨੇ। 28 ਦਿਨ ਦੀ ਚੈਕਿੰਗ ਤੋਂ ਬਾਅਦ ਰੇਲਵੇ ਵਿਭਾਗ ਮਨਜ਼ੂਰੀ ਦਿੰਦਾ ਹੈ ਵੀ ਇਸ ਜਗ੍ਹਾ ਤੋਂ ਟ੍ਰੈਫਿਕ ਸ਼ੁਰੂ ਕਰਨੀ ਹੈ ਕਿ ਨਹੀਂ ਕਰਨੀ ਹੈ, ਤੇ ਅਗਰ ਉਹ ਮਨਜ਼ੂਰੀ ਦੇ ਦੇਣ ਕਿ ਹਾਂ ਸ਼ੁਰੂ ਕਰਨੀ ਹੈ ਤਾਂ ਹੀ ਮੇਰੇ ਉੱਪਰੋਂ ਟ੍ਰੈਫਿਕ ਸ਼ੁਰੂ ਕੀਤੀ ਜਾਏਗੀ। ਇਸ ਲਈ ਮੈਨੂੰ ਸ਼ੰਕਾ ਹੈ ਪੂਰਾ ਹੋਣ ਤੋਂ ਬਾਅਦ ਵੀ ਘੱਟੋ ਘੱਟ 2 ਮਹੀਨੇ ਲੱਗਣਗੇ। ਹਾਲਾਂਕਿ ਪ੍ਰਮਾਤਮਾ ਕਰੇ ਇਹ ਮੇਰੀ ਸ਼ੰਕਾ ਹੋਵੇ, ਅਜਿਹਾ ਨਾ ਹੋਵੇ। ਲੇਕਿਨ ਦੂਜਾ ਪਹਿਲੂ ਵੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਇਹਨਾਂ ਨੇ ਟਰਾਂਸਫਾਰਮਰ ਸਵਿਚ ਗਾਰਡ ਬਣਾ ਰਹੇ ਆ, ਇਹ ਗ੍ਰਿਡ ਬਣਾ ਰਹੇ ਆ, ਉਹ ਗ੍ਰਿਡ ਹਜੇ ਤੱਕ ਪੂਰਾ ਨਹੀਂ ਹੋਇਆ। ਉਹ ਬਿਜਲੀ ਦਾ ਗ੍ਰਿਡ ਜਦੋਂ ਤੱਕ ਪੂਰਾ ਨਹੀਂ ਹੋਏਗਾ, ਇਹ ਜਿਹੜੀਆਂ ਰੇਲਵੇਜ਼ ਦੀਆਂ ਜਿਹੜੀਆਂ ਲਾਈਨਸ ਨੇ ਇਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਲਗਾਇਆ ਜਾਏਗਾ, ਤਾਂ ਫਿਰ ਇੱਥੋਂ ਰੇਲਵੇ ਦੀਆਂ ਗੱਡੀਆਂ ਲੰਘਾਈਆਂ ਕਿਵੇਂ ਜਾਣਗੀਆਂ? ਹਜੇ ਕਈ ਸ਼ੰਕਾਵਾਂ ਬਾਕੀ ਨੇ। ਲੱਗਦਾ ਨਹੀਂ ਕਿ 10-15 ਦਿਨ ਦੇ ਵਿੱਚ ਫਿਰ ਮੇਰੇ ਉੱਪਰੋਂ ਮੇਰੇ ਉੱਪਰੋਂ ਟ੍ਰੈਫਿਕ ਲੰਘਾਈ ਜਾਏਗੀ। ਲੇਕਿਨ ਦੋਸਤੋ, ਮੈਂ ਇੰਤਜ਼ਾਰ ਕਰ ਰਿਹਾ। ਨਾਲ ਹੀ ਨਾਲ ਜਿਸ ਤਰ੍ਹਾਂ ਤੁਸੀਂ ਮੰਗ ਕਰ ਰਹੇ ਹੋ, ਮੈਂ ਵੀ ਮੰਗ ਕਰਦਾ ਸਰਕਾਰ ਕੋਲੋਂ ਕਿ ਸਰਕਾਰ ਜੀ ਹੁਣ ਝੂਠੇ ਵਾਅਦੇ ਨਾ ਕਰੋ, ਹੁਣ ਤਾਰੀਖ ਤੇ ਤਾਰੀਖ ਨਾ ਦਿਓ, ਮੈਨੂੰ ਪੂਰਾ ਕਰੋ ਤਾਂ ਕਿ ਨੰਗਲ ਵਾਸੀ ਜਿਹੜੇ ਉੱਜੜ ਚੁੱਕੇ ਨੇ ਉਹ ਦੁਬਾਰਾ ਕਿਤੇ ਨਾ ਕਿਤੇ ਆਪਣੇ ਪੈਰਾਂ ਤੇ ਖੜੇ ਹੋ ਸਕਣ, ਮੁੜ ਕੇ ਵਸ ਸਕਣ। ਉਹ ਨੰਗਲ ਜਿਹੜਾ ਜਵਾਹਰ ਲਾਲ ਨਹਿਰੂ ਦੇ ਸੁਪਨਿਆਂ ਦਾ ਸ਼ਹਿਰ ਸੀ, ਉਹ ਸ਼ਹਿਰ ਫਿਰ ਇੱਕ ਵਾਰ ਸੱਚਮੁੱਚ ਸੁਪਨਿਆਂ ਦਾ ਸ਼ਹਿਰ ਬਣ ਸਕੇ। ਉਹ ਸ਼ਹਿਰ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਸੈਰ ਸਪਾਟੇ ਦਾ ਹੱਬ ਬਣਾਉਣਾ ਹੈ, ਉਹ ਸੈਰ ਸਪਾਟੇ ਦਾ ਹੱਬ ਬਣ ਸਕੇ। ਉਹ ਸ਼ਹਿਰ ਜਿਸ ਦੇ ਲੋਕ ਅੱਜ ਇਲਾਜ ਦੇ ਲਈ ਤਰਸ ਰਹੇ ਨੇ ਚੰਡੀਗੜ੍ਹ ਜਾ ਕੇ ਕਰਾਉਣ ਦੇ ਲਈ। ਉਹ ਸ਼ਹਿਰ ਜਿਸ ਦੇ ਲੋਕ ਅੱਜ ਪੜ੍ਹਨ ਦੇ ਲਈ ਜਦੋਂ ਚੰਡੀਗੜ੍ਹ ਜਾਣਾ ਹੁੰਦਾ ਹੈ ਤਾਂ ਉਸ ਦੇ ਲਈ ਤਰਸ ਰਹੇ ਨੇ। ਉਹ ਲੋਕ ਜਿਨ੍ਹਾਂ ਨੇ ਇਸ ਜਗ੍ਹਾ ਤੋਂ ਕ੍ਰਾਸ ਕਰਕੇ 2-2, 3-3 ਘੰਟੇ ਜਾਂ 4-4 ਘੰਟੇ ਜਾਮ ਦੇ ਵਿੱਚ ਫਸ ਕੇ ਲੰਘਣਾ ਹੁੰਦਾ ਹੈ, ਉਹ ਤਰਾਹੀ ਨਾ ਕਰਕੇ ਖੁਸ਼ੀ ਮੇਰੇ ਉੱਪਰੋਂ ਲੰਘ ਕੇ ਆਪਣੇ ਕੰਮਕਾਰ ਪੂਰੇ ਕਰ ਸਕਣ। ਮੈਂ ਤਾਂ ਰੱਬ ਅੱਗੇ ਦੁਆ ਕਰਦਾ ਹਾਂ ਕਿ ਮੇਰਾ ਨਿਰਮਾਣ ਜਲਦੀ ਤੋਂ ਜਲਦੀ ਹੋਵੇ ਤਾਂ ਕਿ ਮੈਂ ਉਸ ਸ਼ਹਿਰ ਦੇ ਵਾਸੀਆਂ ਨੂੰ, ਜਿਸ ਸ਼ਹਿਰ ਵਿੱਚ ਮੈਂ ਬਣ ਰਿਹਾ ਹਾਂ, ਹੱਸਦਾ ਖੇਡਦਾ ਦੇਖ ਸਕਾਂ। ਸੋ ਸੁਣਿਆ ਤੁਸੀਂ ਦੋਸਤੋ, ਇੱਕ ਫਲਾਈਓਵਰ ਦੀ ਪੁਕਾਰ। ਫਲਾਈਓਵਰ ਕੀ ਕਹਿੰਦਾ ਹੈ? ਸਾਡੀ ਵੀ ਇਹੀ ਦੁਆ ਹੈ ਪਰਮਾਤਮਾ ਅੱਗੇ ਕਿ ਸਿਆਸੀ ਰੋਟੀਆਂ ਨੂੰ ਸੇਕਣ ਦੀਆਂ ਗੱਲਾਂ ਛੱਡ ਕੇ
ਅੱਜ ਸਾਰੇ ਇਕਜੁੱਟ ਹੋ ਕੇ ਇੱਕ ਤਰੀਕ ਦੇਈਏ ਕਿ ਇਹ ਫਲਾਈਓਵਰ ਮਹੀਨੇ ਬਾਅਦ, 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਲੋਕ ਅਰਪਣ ਕੀਤਾ ਜਾਏਗਾ, ਤਾਂ ਕਿ ਇੱਥੋਂ ਲੰਘਣ ਵਾਲੇ ਲੋਕ ਜਿੱਥੇ ਸੁੱਖ ਦਾ ਸਾਹ ਲੈ ਸਕਣ, ਉੱਥੇ ਹੀ ਨੰਗਲ ਵਾਸੀ ਕਹਿ ਸਕਣ ਕਿ ਅਸੀਂ ਜਵਾਹਰ ਲਾਲ ਨਹਿਰੂ ਦੇ ਸੁਪਨਿਆਂ ਦੇ ਸ਼ਹਿਰ ਦੇ ਵਿੱਚ ਬੜੇ ਮਾਣ ਦੇ ਨਾਲ ਰਹਿ ਰਹੇ ਹਾਂ। ਬਹੁਤ ਬਹੁਤ ਧੰਨਵਾਦ।